ਵਾਹਿਗੁਰੂ 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 ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੋਭ ਸੁਮਤੀ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 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 ਸ੍ਰੀ ਗੁਰੂ ਨਾਨਕ ਹਿਰਦੇ ਵਿਚਾਰੀ ਤਨ ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ ਪਿਤਾ ਜੀ ਪਿਤਾ ਧੰਨ ਧੰਨ ਪਿਤਾ ਕਾਲੂ ਸਾਹਿਬ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਨੂੰ ਨਾ ਬੀਜ ਦੇ ਕੇ ਤੇ ਨਾਲ ਬੈਲ ਦੇ ਕੇ 2 ਬੈਲ ਦੇ ਕੇ ਨਾਲ ਸੇਵਾਦਾਰ ਦੇ ਕੇ ਤੇ ਭੇਜਿਆ ਜੀ ਵੀ ਤੁਸੀਂ ਖੇਤੀ ਕਰੋ ਜਾ ਕੇ ਤੁਹਾਡੀ ਉਮਰ ਕੰਮਕਾਰ ਦੀ ਹੋ ਗਈ ਹੈ ਤੇ ਤੁਸੀਂ ਖੇਤੀ ਕਰੋ ਜੀ ਤੇ ਖੇਤੀ ਕਰਨ ਵਾਸਤੇ ਗੁਰੂ ਸਾਹਿਬ ਨੂੰ ਭੇਜਿਆ ਗੁਰੂ ਸਾਹਿਬ ਨੇ ਬੜੇ ਸੋਹਣੇ ਤਰੀਕੇ ਨਾਲ ਆਪਣਾ ਖੇਤ ਵਾਹਿਆ ਤੇ ਬੀਜ ਬੋਇਆ ਤੇ ਰਖਵਾਲੀ ਵੀ ਉਹਦੀ ਕੀਤੀ ਹੈ ਸੰਭਾਲ ਵੀ ਕੀਤੀ ਹੈ ਤੇ ਤੀਜੇ ਦਿਨ ਉਹਦੇ ਵਿੱਚੋਂ ਉਹ ਨਿਕਲ ਆਈਆਂ ਕੋਂਪਲਾਂ ਨਿਕਲ ਆਈਆਂ ਛੋਟੇ ਛੋਟੇ ਬੂਟੇ ਜੋ ਉਗ ਪਏ ਜੀ ਹੈ ਜੀ ਪਿਤਾ ਜੀ ਦੇਖਣ ਗਏ ਆ ਪਿਤਾ ਜੀ ਬੜੇ ਪ੍ਰਸੰਨ ਹੋਏ ਆ ਜੀ
बड़े प्रसन्न होए देख के भी हाँ हुण पुत्तर मेरा काम लग गया है जी। ते हुण ये बस मौजां हो जाणगीਆਂ, लहरां बहरां हो जाणगीਆਂ हुण ते घर विच है जी। ते फिर सोचदे आ भी ਇਹਨੂੰ ਮੈਂ ਇੱਕ ਪਿੰਡ ਹੀ ਵਸਾ ਦਿਆਂਗਾ, ਇੱਕ ਹੈ ਜੀ, ਇੱਕ ਪਿੰਡ ਹੀ ਇਸ ਨੂੰ ਦੇ ਦਿਆਂਗਾ ਤੇ ਪੂਰੇ ਜਿੰਨੇ ਮਰਜ਼ੀ ਹੋਰ ਬੰਦੇ ਰੱਖੇ, ਜਿੰਨੇ ਮਰਜ਼ੀ ਹੋਰ ਖੇਤ ਵਧਾਏ, ਹੋਰ ਸਾਰਾ ਕੁਛ ਹੈ ਜੀ। ਤੇ ਇਹ ਸਾਰੀ ਬਿਰਤੀ ਇਹ ਤੀਜੇ ਦਿਨ ਹੀ ਪਿਤਾ ਜੀ ਦੇ ਮਨ ਵਿੱਚ ਆ ਰਹੀ ਹੈ। ਉਹ ਮਨ ਵਿੱਚ ਵਿਉਂਤਾ ਬਣਾ ਰਹੇ ਨੇ ਹੈ ਜੀ ਵੀ ਵੱਡਾ ਹੋ ਧਨ ਖਾਟ ਦੇ ਹੈ ਵੀ ਹੋਰ ਵੱਡੇ ਹੋਣਗੇ ਤੇ ਹੋਰ ਇਹਨਾਂ ਦੇ ਨਾਮ ਖੇਤ ਹੋਰ ਕਰ ਦਿਆਂਗੇ ਤੇ ਹੋਰ ਸਾਰਾ ਇਹ ਤੇ ਵਧੇਗਾ ਸਾਰਾ ਕੁਛ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਮਨ ਦੀ ਜਾਣ ਲਈ ਪਿਤਾ ਜੀ ਦੇ ਤੇ ਦੇਖ ਰਹੇ ਨੇ ਵੀ ਇਹ ਤਾਂ ਤ੍ਰਿਸ਼ਨਾ ਜਿਹੜੀ ਆ ਇਹ ਤੇ ਪਿਤਾ ਜੀ ਦੀ ਇਹ ਤੇ ਵੱਧਦੀ ਜਾਏਗੀ ਜੀ। ਇਹ ਤੇ ਸ਼ੁਰੂ ਹੋ ਗਈ ਆ। ਇੱਕ ਖੇਤ ਦਿੱਤਾ ਪਿਤਾ ਜੀ ਨੇ ਤੇ ਹੁਣ ਪਿੰਡ ਪੂਰਾ ਦੇਣ ਦੀ ਕੋਸ਼ਿਸ਼ ਕਰਨਗੇ, ਫਿਰ ਉਹ ਅੱਗੇ ਪਤਾ ਕਿੱਥੇ ਲੈ ਕੇ ਜਾਣਗੇ ਹੈ ਜੀ। ਤੇ ਅਜੇ ਬਣਿਆ ਕੁਛ ਨਹੀਂ ਹੈ ਤੇ ਉਹ ਸਾਰਾ ਮਨ ਵਿੱਚ ਚਿੱਤ ਵਿੱਚ ਉਹਨਾਂ ਨੇ ਪਤਾ ਨਹੀਂ ਕੀ ਸੋਚ ਲਿਆ ਜੀ ਹੈ। ਇਹ ਮਨੁੱਖੀ ਸੁਭਾਅ ਹੈ। ਸ਼੍ਰੀ ਗੁਰੂ ਨਾਨਕ ਹਿਰਦੇ ਵਿਚਾਰੀ ਧਨ ਤ੍ਰਿਸ਼ਨਾ ਦਿਨ ਪ੍ਰਤ ਪਿਤ ਭਾਰੀ। ਵੀ ਪਿਤਾ ਜੀ ਨੂੰ ਤੇ ਧਨ ਦੀ ਜਿਹੜੀ ਤ੍ਰਿਸ਼ਨਾ ਹੈ ਨਾ ਇਹ ਦਿਨ ਬ ਦਿਨ ਵਧੀ ਜਾਂਦੀ ਹੈ, ਭਾਰੀ ਹੋਈ ਜਾਂਦੀ ਹੈ। ਜਾਂ ਤੇ ਅਬ ਹੀ ਬਨਹਿ ਨਿਵੇਰੋ, ਕਹਿੰਦੇ ਇੱਥੇ ਠੱਲ ਪਾਣੀ ਇਹਦੀ, ਇੱਥੇ ਹੀ ਰੋਕਣਾ ਕਹਿੰਦੇ ਇਸ ਹੈ ਜੀ। ਪਿੰਡ ਵਸ ਗਿਆ ਅੰਦਰ, ਚੇਤੇ ਵਿੱਚ ਪਿੰਡ ਵਸ ਗਿਆ ਤਾਂ ਹੋਰ ਨਹੀਂ ਵਸਣ ਦੇਣੇ ਅੱਗੇ ਹਾਂ ਜੀ। ਤੇ ਜਾਂ ਤੇ ਅਬ ਹੀ ਬਨਹਿ ਨਿਵੇਰੋ ਧਨ ਖੱਟਣੇ ਕੋ ਮਿਟਵੈ ਝੇਰੋ। ਵੀ ਇਹ ਸਾਰਾ ਝਮੇਲਾ ਹੀ ਮੁਕਾ ਦਈਏ ਜਿਹੜੇ ਧਨ ਖੱਟਣ ਦਾ ਜੀ ਹੈ ਜੀ। ਕਿਸ ਤਰ੍ਹਾਂ ਮੁਕਾਇਆ? ਕਹਿੰਦੇ ਵੈਸੇ ਬਹੁਰ ਖੇਤ ਰਖਵਾਰੀ। ਹਾਂ, ਜਿਹੜਾ ਕਿਸਾਨ ਹੁੰਦਾ ਤੇ ਜਦੋਂ ਉਹ ਖੇਤੀ ਕਰਦਾ ਤੇ ਉਹ ਖੇਤ ਦੀ ਫਿਰ ਬੀਜ ਬੋ ਕੇ ਪਾਣੀ ਦੇਣਾ ਉਹਨੂੰ, ਫਿਰ ਉਹਦੀ ਰਖਵਾਲੀ ਕਰਨ ਵਾਸਤੇ ਉੱਥੇ ਬੈਠਦਾ ਹੈ ਜੀ। ਖੇਤ ਦੀ ਵਾੜ ਲਾਈ ਜਾਂਦੀ ਹੈ, ਕੋਈ ਪਸ਼ੂ ਪੰਛੀ ਨਾ ਆ ਜਾਏ, ਕੋਈ ਖਰਾਬ ਨਾ ਕਰਦੇ ਖੇਤ ਨੂੰ। ਤੇ ਉਹ ਰਖਵਾਲੀ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜਾਂਦੇ ਹੁੰਦੇ ਸੀ ਜੀ। ਤੇ ਇੱਕ ਦਿਨ ਉਹ ਬੈਠੇ ਗੁਰੂ ਸਾਹਿਬ ਜੀ ਤੇ ਬੈਠੇ ਤੇ ਸੀ ਸਭ ਨੂੰ ਰੋਕਣ ਵਾਸਤੇ ਵੀ ਕੋਈ ਪਸ਼ੂ ਪੰਛੀ ਅੰਦਰ ਨਾ ਆਏ ਤੇ ਖੇਤੀ ਨੂੰ ਖਰਾਬ ਨਾ ਕਰੇ। ਬੜੀ ਮਿਹਨਤ ਕਰਕੇ ਬੀਜੀ ਆ ਤੇ ਵੱਧ ਰਹੀ ਆ ਹੁਣ ਹੈ ਜੀ, ਉਹਦੀ ਸੰਭਾਲ ਵਾਸਤੇ ਬੈਠੇ ਸੀ। ਹਾਂ, ਪਰ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਦੇਖਣਾ ਹੈ ਜੀ, ਉਹ ਇੱਕ ਖੇਤ ਨੂੰ ਕਿਸ ਤਰ੍ਹਾਂ ਖਾਲੀ ਫੜ ਕੇ ਬੈਠੇ ਜੀ। ਜਿਹਨੇ ਸਾਰੀ ਸ੍ਰਿਸ਼ਟੀ ਨੂੰ ਦੇਖਣਾ ਹੈ ਉਹਨੂੰ ਕਹੀਏ ਵੀ ਤੁਸੀਂ ਇਸ ਖੇਤ ਦੀ ਰਖਵਾਲੀ ਕਰੋ, ਇਹ ਕਿਸ ਤਰ੍ਹਾਂ ਹੋ ਸਕਦਾ ਜੀ ਹੈ। ਹੁਣ ਡੀਸੀ ਆ, ਡੀਸੀ ਦੇ ਅੰਡਰ ਸਾਰਾ ਏਰੀਆ ਸਾਰਾ ਆਉਂਦਾ ਜੀ ਹੈ ਜੀ। ਤੇ ਜੇ ਉਹਨੂੰ ਕਹੀਏ ਹਾਂ ਵੀ ਤੇ ਤੁਸੀਂ ਇਸ ਵਾਰਡ ਨੂੰ ਦੇਖਣਾ ਸਿਰਫ ਹੈ, ਇੱਕ ਵਾਰਡ ਨੂੰ ਦੇਖ, ਇਹ ਤਾਂ ਪੋਸੀਬਲ ਹੀ ਨਹੀਂ ਹੈ। ਇਹ ਤਾਂ ਕਿਸੇ ਛੋਟੇ ਮੋਟੇ ਬੰਦੇ ਦਾ ਕੰਮ ਹੈ। ਜਿਹੜਾ ਛੋਟਾ ਅਹੁਦੇਦਾਰ ਹੈ ਜੀ, ਉਹਦੇ ਕੋਲ ਛੋਟਾ ਹੈ ਹਿਸਾਬ ਕਿਤਾਬ, ਲੇਕਿਨ ਜਿਹੜਾ ਵੱਡੇ ਅਹੁਦੇ 'ਤੇ ਬੈਠਾ ਹੈ ਜੀ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ, ਉਹਨਾਂ ਨੂੰ ਕਹਿ ਦਈਏ ਵੀ ਤੁਸੀਂ ਸਿਰਫ ਇਸ ਖੇਤ ਦੀ ਰਖਵਾਲੀ ਕਰੋ ਤੇ ਇਹ ਕਿਸ ਤਰ੍ਹਾਂ ਚੱਲੇਗਾ ਜੀ। ਇਹੋ ਪਿਤਾ ਜੀ ਨੇ ਬਿਠਾਤਾ ਜੀ ਹੈ ਜੀ। ਤੇ ਗੁਰੂ ਸਾਹਿਬ ਕਹਿੰਦੇ ਨੇ ਖੇਤ ਦੀ ਰਖਵਾਲੀ ਦੇ ਤੇ ਬੈਠੇ ਆ, ਪਰ ਹੁਣ ਰੋਕਦੇ ਨਹੀਂ ਕਿਸੇ ਨੂੰ। ਰੋਕਦੇ ਦਾ ਮਤਲਬ ਹੈ ਵੀ ਗਧੇ ਘੋੜੇ ਗਾਈ ਹਰਨ ਪਰ ਸਾਰੇ ਪਸ਼ੂ ਪੰਛੀ ਜੋ ਆਉਂਦੇ ਨੇ ਨਾ ਸਭ ਨਾਲ ਪਿਆਰ ਕਰਦੇ ਨੇ ਨਾ। ਸਾਰੀ ਉਹਨਾਂ ਦੀ ਸ੍ਰਿਸ਼ਟੀ ਵਿੱਚ ਨੇ ਸਾਰੇ ਹੈ ਜੀ। ਸਾਡੀ ਸ੍ਰਿਸ਼ਟੀ ਵਿੱਚ ਕੌਣ ਹੈ? ਸਾਡੀ ਸਭ ਦੀ ਅਲੱਗ-ਅਲੱਗ ਸ੍ਰਿਸ਼ਟੀ ਹੈ ਜੀ। ਸਾਡੀ ਸ੍ਰਿਸ਼ਟੀ ਵਿੱਚ ਸਾਡਾ ਇੱਕ ਪਰਿਵਾਰ ਹੈ, ਕੁਝ ਸਾਡੇ ਲੈਣ ਦੇਣ ਵਾਲੇ ਨੇ, ਕੁਝ ਸਾਡਾ ਜਿਨ੍ਹਾਂ ਨੂੰ ਕੰਮਕਾਰ ਜਿਨ੍ਹਾਂ ਨਾਲ ਸਾਡਾ ਹੈਗਾ, ਇਹ ਸਾਰੇ ਲੋਕ ਸਾਡੀ ਸ੍ਰਿਸ਼ਟੀ ਵਿੱਚ ਨੇ, ਕੁਝ ਰਿਸ਼ਤੇਦਾਰ ਨੇ, ਬਸ ਇਸ ਤੋਂ ਉੱਪਰ ਸਾਡੀ ਸ੍ਰਿਸ਼ਟੀ ਹੋਰ ਨਹੀਂ ਹੈਗੀ। ਬਾਕੀਆਂ ਨੂੰ ਅਸੀਂ ਆਪਣਾ ਕਦੀ ਸਮਝਿਆ ਨਹੀਂ ਅੱਜ ਤੱਕ, ਕਦੀ ਨਹੀਂ ਸਮਝਿਆ ਹੈ ਜੀ। ਜਿਹੜੇ ਆਪਣੇ ਨੇ ਉਹਨਾਂ ਨੂੰ ਵੀ ਆਪਣਾ, ਉਹਨਾਂ ਵੀ ਉਹ ਪੂਰੇ ਵੀ ਆਪਣੇ, ਉਹਨਾਂ ਨੂੰ ਵੀ ਆਪਣਾ ਨਹੀਂ ਸਮਝਿਆ ਸੀ ਤੇ ਹੈ ਜੀ, ਜਿਹੜਾ ਸਮਝਣਾ ਚਾਹੀਦਾ ਸੀ। ਇਹ ਗੁਰੂ ਸਾਹਿਬ ਦੇ ਤੇ ਸਾਰੇ ਹੀ, ਇਹ ਸਾਰੇ ਜੀਵ ਜੰਤ ਸਾਰੇ ਆਪਣੇ ਨੇ। ਗੁਰੂ ਸਾਹਿਬ ਤੇ ਸਭ ਨਾਲ ਪਿਆਰ ਕਰਦੇ ਨੇ। ਤੇ ਹੁਣ ਕਹਿੰਦੇ ਆਈ ਗਏ ਸਾਰੇ ਉਸੇ ਖੇਤ ਵਿੱਚ, ਜਿਹੜਾ ਖੇਤ ਉਹਨਾਂ ਨੇ ਵਾਹਿਆ ਸੀ, ਜਿਹੜਾ ਖੇਤ ਉਹਨਾਂ ਨੇ ਬੀਜਿਆ ਸੀ, ਜਿਹੜੇ ਖੇਤ ਵਿੱਚ ਛੋਟੇ ਪੌਦੇ ਹੋ ਗਏ ਸੀ, ਬੜੇ ਸਘਨ ਪੌਦੇ ਹੋ ਗਏ ਸੀ। ਤੇ ਪਿਤਾ ਜੀ ਕਹਿੰਦੇ ਵੀ ਇਹਨਾਂ ਦੇ ਹੱਥਾਂ ਵਿੱਚ ਬੜੀ ਬਰਕਤ ਹੈ ਜੀ। ਤੇ ਉਹ ਹੁਣ ਬੈਠੇ ਆ, ਰਖਵਾਲੀ ਵਾਸਤੇ ਨਹੀਂ ਬੈਠੇ
ਹੈ ਜੀ। ਤੇ ਕਿਸੇ ਨੂੰ ਨਹੀਂ ਵਰਜ ਰਹੇ। ਵਰਜੈ ਕਿਸਨਾ ਚਰਹਿ ਪਸ ਝਾਰੀ, ਸਾਰੇ ਪਸ਼ੂ ਜਿਹੜੇ ਅੰਦਰ ਵੜ ਗਏ ਮਜ਼ੇ ਨਾਲ ਖਾਈ ਜਾਂਦੇ ਆ, ਹੈ ਜੀ। ਰਾਸਵ ਬੜਵਾ ਗੋ ਮ੍ਰਿਗ ਬ੍ਰਿੰਦਾ, ਗਧੇ ਘੋੜੇ ਗਾਈ ਹਰਨ ਸਾਰੇ ਸਾਰੇ ਪਸ਼ੂ। ਚਰਤ ਖੇਤ ਰਹਿ ਬੈਸ ਆਨੰਦਾ, ਉਹ ਜਿਸ ਤਰ੍ਹਾਂ ਖੇਤ ਨੂੰ ਚਰੀ ਜਾਂਦੇ ਗੁਰੂ ਸਾਹਿਬ ਆਨੰਦ ਵਿੱਚ ਆਈ ਜਾਂਦੇ ਹੋਰ, ਹੈ ਜੀ। ਭਗਤਾਂ ਕੀ ਚਾਲ ਸੰਸਾਰ ਨਹੀਂ ਕਰਦਾ ਇਸ ਤਰ੍ਹਾਂ, ਸੰਸਾਰ ਕਰਦਾ। ਇਹ ਤੇ ਵੱਖਰੀ ਕੋਈ ਚਾਲ ਹੈ ਵੀ ਆਪਣਾ ਘਰ ਇੱਕ ਤਰ੍ਹਾਂ ਨਾਲ ਉਜੜ ਰਿਹਾ, ਖੇਤ ਉਜੜ ਰਿਹਾ, ਲੇਕਿਨ ਉਹ ਉਜੜ ਨਹੀਂ ਰਿਹਾ, ਉਹ ਵਸ ਰਿਹਾ, ਹੈ ਜੀ। ਅਸੀਂ ਤੇ ਕਹਾਂਗੇ ਨਾ ਉਜੜ ਰਿਹਾ, ਉਜਾੜਤਾ, ਪਿਤਾ ਜੀ ਕਹਿੰਦੇ ਉਜਾੜਤਾ, ਹੈ ਜੀ। ਲੇਕਿਨ ਇਹ ਵਸ ਰਿਹਾ, ਇਸ ਤਰ੍ਹਾਂ ਵਸਦਾ ਹੈ। ਅੱਛਾ, ਜੇ ਸਾਡੇ ਘਰੋਂ ਪ੍ਰਸ਼ਾਦਾ ਪਾਣੀ ਅਗਰ ਕੋਈ ਬਾਹਰ ਦਾ ਕੋਈ ਛੱਕ ਜਾਏਗਾ, ਇਹਦਾ ਲਾਭ ਹੋਏਗਾ ਕਿ ਨੁਕਸਾਨ ਹੋਏਗਾ ਜੀ? ਇਹ ਤਾਂ ਲਾਭ ਹੀ ਲਾਭ ਹੈ। ਤੇ ਜੇ 2-4 ਛੱਕ ਜਾਣਗੇ ਉਹਦਾ ਹੋਰ ਲਾਭ ਹੈ। ਪਰ ਇਹ ਸੋਚ ਸਾਡੀ ਆਉਂਦੀ ਨਹੀਂ ਹੈ, ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਆਨੰਦ ਵਿੱਚ ਨੇ। ਚਰਤ ਖੇਤ ਰਹਿ ਬੈਸ ਆਨੰਦਾ, ਦਿਨ ਦੋ ਇੱਕ ਮੈਂ ਦੀਨ ਨਿਵੇਰੀ। ਧੰਨ ਗੁਰੂ ਨਾਨਕ ਸਾਹਿਬ ਨੇ ਸਾਰਾ ਬੜਾ ਵੱਡਾ ਖੇਤ ਸੀ ਜੀ। ਧੰਨ ਗੁਰੂ ਨਾਨਕ ਸਾਹਿਬ ਨੇ ਸਾਰਾ 2-4 ਦਿਨ ਵਿੱਚ ਕਹਿੰਦੇ ਸਾਰਾ ਖੇਤ ਹੀ ਨਿਬੇੜਤਾ ਜਿੰਨਾ ਸੀ, ਸਾਰ ਵਿਹਲੇ ਹੀ ਹੋ ਗਏ ਜੀ, ਬਿਲਕੁਲ ਜੀ, ਹੈ ਜੀ। ਸਾਰੇ ਪਸ਼ੂ ਚੜ ਗਏ, ਸਭ ਸਾਫ਼ ਹੋ ਗਿਆ ਜੀ। ਦਿਨ ਦੋ ਇੱਕ ਮੈਂ ਦੀਨ ਨਿਵੇਰੀ, ਇੱਕ ਨਾ ਬੂਟ ਜੈ ਸਗਨ ਕਨੇਰੀ। ਜਿੱਥੇ ਇਤਨੀ ਸਗਨ ਖੇਤੀ ਸੀ, ਬਿਲਕੁਲ ਜ਼ਮੀਨ ਦਿਸਦੀ ਨਹੀਂ ਸੀ, ਇੰਨੀ ਖੇਤੀ ਇਸ ਤਰ੍ਹਾਂ ਵੱਧ ਗਈ ਸੀ ਛੋਟੀ ਛੋਟੀ ਕਰਕੇ ਨਾ। ਤੇ ਉੱਥੇ ਹੁਣ ਇੱਕ ਬੂਟਾ ਨਹੀਂ ਦਿਸਦਾ ਜੀ, ਹੈ। ਇੱਕ ਬੂਟਾ ਉੱਥੇ ਨਹੀਂ ਦਿਸਦਾ। ਕਾਲੂ ਗਇਓ ਬਿਲੋਕਨ ਖੇਤ, ਧੰਨ ਧੰਨ ਪਿਤਾ ਜੀ, ਪਿਤਾ ਕਾਲੂ ਜੀ। ਤੇ ਇਹ ਵਿੱਚ ਦੇਖਣ ਜਾਂਦੇ ਸੀ ਜੀ, ਇਹ ਦੇਖਣ ਗਏ ਜੀ। ਟਿਗ ਬੈਠੇ ਬੇਦੀ ਕੁਲ ਕੇਤੂ, ਹਾਂ ਬੇਦੀਆਂ ਕੁਲ ਦੇ, ਬੇਦੀ ਕੁਲ ਦੇ ਕੇਤ ਧਵਜ ਨੂੰ ਕਹਿੰਦੇ ਨੇ, ਮੁਖੀ ਧੰਨ ਗੁਰੂ ਨਾਨਕ ਸਾਹਿਬ। ਤੇ ਉੱਥੇ ਬੈਠੇ ਸੀ ਜੀ, ਕਿੱਥੇ? ਖੇਤ ਤੇ ਖੇਤ ਤੇ ਸਾਰਾ ਉਜੜਿਆ ਸੀ ਜੀ, ਇੱਕ ਬੂਟਾ ਉੱਥੇ ਨਹੀਂ ਹੈਗਾ ਸੀ ਜੀ। ਫਿਰੈ ਕਿਦਾਰ ਮੱਧ ਪਸ ਬ੍ਰਿੰਦਾ, ਉੱਥੇ ਦੇਖਦੇ ਆ ਪਿਤਾ ਜੀ ਕੀ ਦੇਖਦੇ ਆ, ਉੱਥੇ ਤਾਂ ਪਸ਼ੂ ਪੰਛੀ ਬੜੇ ਹੋਏ ਆ ਸਾਰੇ ਖੇਤ ਵਿੱਚ, ਹੈ ਜੀ। ਕਿਸੈ ਨਾ ਵਰਜੈ ਆਨੰਦ ਕੰਦਾ, ਆਨੰਦ ਦੇ ਘਰ, ਖੇੜੇ ਦੇ ਘਰ ਜਿਹੜੇ ਜਿਨ੍ਹਾਂ ਦੇ ਅੰਦਰ ਖੇੜਾ ਭਰਿਆ ਪਿਆ, ਆਨੰਦ ਭਰਿਆ ਪਿਆ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਉਸ ਆਨੰਦ ਵਿੱਚ ਗੁਰੂ ਸਾਹਿਬ ਉਸੇ ਆਨੰਦ ਵਿੱਚ ਬੈਠੇ ਨੇ ਜਦੋਂ ਖੇਤ ਬੀਜਿਆ ਸੀ ਤੇ ਉਹ ਉਗਿਆ ਸੀ ਛੋਟੇ ਛੋਟੇ ਪੌਦੇ, ਤਾਂ ਵੀ ਆਨੰਦ ਵਿੱਚ ਸੀ। ਹੁਣ ਕੁਝ ਵੀ ਨਹੀਂ ਹੈਗਾ ਤਾਂ ਫਿਰ ਵੀ ਆਨੰਦ ਵਿੱਚ ਨੇ, ਹੈ ਨਾ ਜੀ। ਸਾਨੂੰ ਵੀ ਇਹੀ ਕਹਿੰਦੇ ਤੁਸੀਂ ਵੀ ਇਸ ਤਰ੍ਹਾਂ ਬਣ ਜਾਓ, ਸਾਨੂੰ ਵੀ ਇਹੀ ਕਹਿੰਦੇ ਨੇ। ਬਾਹਰ ਦਾ ਹਿਸਾਬ ਕਿਤਾਬ ਅਗਰ ਕੁਝ ਬਣ ਰਿਹਾ ਜਾਂ ਕੁਝ ਉਜੜ ਰਿਹਾ, ਇਹ ਤਾਂ ਹੋਣਾ ਹੀ ਆ ਸੰਸਾਰ ਵਿੱਚ, ਇਸ ਤਰ੍ਹਾਂ ਹੁੰਦਾ ਆ ਜੀ, ਹੈ ਜੀ। ਧੁੱਪ ਨਿਕਲੀ ਆ ਤੇ ਫਿਰ ਬਾਰਿਸ਼ ਵੀ ਹੋਏਗੀ ਜੀ, ਫਿਰ ਸਰਦੀ ਵੀ ਹੋਏਗੀ, ਹੈ ਜੀ। ਹੁਣ ਅਸੀਂ ਕਹੀਏ ਵੀ ਰਾਤ ਹੋਈ ਆ ਤੇ ਰਾਤ ਹੀ ਚਲਦੀ ਰਹੇ, ਜਾਂ ਦਿਨ ਹੋਇਆ ਤੇ ਦਿਨ ਹੀ ਚਲਦੀ ਰਹੇ, ਚੱਲਦਾ ਰਹੇ, ਹੈ ਜੀ। ਲਾਭ ਹੋਇਆ ਤੇ ਲਾਭ ਵੀ ਸਾਨੂੰ ਹੁੰਦਾ ਰਹੇ। ਸਾਡੀ ਬਿਰਤੀ ਤੇ ਇਸ ਤਰ੍ਹਾਂ ਹੀ ਹੈ ਨਾ, ਜਾਂ ਘਾਟੇ ਵਾਲੀ ਬਿਰਤੀ ਹੈਗੀ ਹੈ। ਕਦੀ ਕੋਈ ਨਹੀਂ ਚਾਹੁੰਦਾ ਵੀ ਸਾਨੂੰ ਘਾਟਾ ਹੋ ਜਾਏ, ਪਰ ਹੁੰਦਾ ਨਾ, ਹੁੰਦਾ ਸਦਾ ਲਾਭ ਹੋਏ। ਇਸ ਤਰ੍ਹਾਂ ਦਾ ਸੋਚਣਾ ਤੇ ਇਸ ਤਰ੍ਹਾਂ ਹੀ ਹੈ ਵੀ ਸਦਾ ਦਿਨ ਚੜ੍ਹਿਆ ਰਹੇ ਜੀ, ਹੈ। ਇਹ ਮੂਰਖਤਾ ਵਾਲੀ ਗੱਲ ਹੈ, ਇੱਥੇ ਆ ਕੇ ਸਮਝ ਆਉਂਦੀ ਹੈ ਜੀ। ਜਿੱਥੇ ਲਾਭ ਹੋ ਰਿਹਾ ਉੱਥੇ ਘਾਟਾ ਵੀ ਹੋਣਾ ਜ਼ਰੂਰੀ, ਇਹ ਹੋਏਗਾ ਜੀ, ਇਹ ਹੋਏਗਾ। ਹਾਂ, ਇੱਕ ਜਿਹੜੇ ਜਿੱਥੇ ਅੰਦਰ ਦੀ ਗੱਲ ਹੋਏਗੀ ਇੱਥੇ ਸਦਾ ਲਾਭ ਹੀ ਹੈ। ਲਾਭ ਮਿਲੈ ਤੋਟਾ ਹੀ ਰਹਿ, ਹਰ ਦਰਗਾਹ ਪਤਵੰਤ, ਉੱਥੇ ਘਾਟਾ ਨਹੀਂ ਹੈ। ਹਰ ਰਾਮ ਨਾਮ ਜਪ ਲਾਹਾ, ਉੱਥੇ ਲਾਭ ਹੀ ਹੈ, ਸਦਾ ਲਾਭ ਹੈ। ਕਿਤੇ? ਰੱਬ ਦੇ ਨਾਮ ਵਿੱਚ। ਇੱਥੇ ਬਰਕਤ ਹੀ ਬਰਕਤ, ਇੱਥੇ ਕਦੀ ਘਾਟਾ ਹੁੰਦਾ ਹੀ ਨਹੀਂ ਜੀ,
ठीक है। तो ਜਿਹੜਾ ਬਾਹਰ ਸੋਚਦਾ ਵੀ ਮੇਰਾ ਕੰਮ ਅੱਜ ਵੀ ਵਧੇ ਤੇ ਉਸ ਤੋਂ ਬਾਅਦ ਕੱਲ ਉਸ ਤੋਂ ਉੱਪਰ ਪਰਸੋਂ ਉੱਪਰ, ਇਹ ਮੂਰਖਤਾ ਦੇ ਲੱਛਣ ਨੇ ਜੀ। ਇਹ ਮੂਰਖਤਾ ਦੇ, ਇਸ ਤਰ੍ਹਾਂ ਹੁੰਦਾ ਨਹੀਂ ਹੈ। ਫਿਰ ਨਹੀਂ ਹੁੰਦਾ ਤੇ ਬੰਦਾ ਦੁਖੀ ਹੁੰਦਾ ਜੀ। ਹੁੰਦਾ ਜਦੋਂ ਪੈਸੇ 2-4 ਜ਼ਿਆਦਾ ਕਮਾ ਲੈਂਦਾ ਬੰਦਾ ਬੜਾ ਖੁਸ਼ ਹੁੰਦਾ, ਤੇ ਜਿਸ ਦਿਨ ਕਮਾਈ ਨਹੀਂ ਹੁੰਦੀ ਬੰਦਾ ਬੜਾ ਝੂਰਦਾ। ਇਹ ਤੇ ਮਨੁੱਖੀ ਸੁਭਾਅ ਹੈ। ਪਰ ਗੁਰੂ ਸਾਹਿਬ ਕੋਲ ਆ ਕੇ ਇਸ ਗੱਲ ਤੋਂ ਇਹ ਸਹਿਜ ਅਵਸਥਾ ਮਿਲ ਜਾਂਦੀ ਆ, ਜਿਸ ਅਵਸਥਾ ਵਿੱਚ ਬਾਹਰ ਦਾ ਕੁਝ ਵੀ ਉਹ ਅਸਰ ਨਹੀਂ ਕਰਦਾ ਹੈ ਜੀ। ਤੇ ਫਿਰੈ ਕਿਦਾਰ ਮਦ ਪਸ ਬ੍ਰਿੰਦਾ, ਬੜੇ ਪਸ਼ੂ ਜਿਹੜੇ ਨੇ, ਕਿਦਾਰ ਖੇਤ ਨੂੰ ਕਹਿੰਦੇ ਆ, ਖੇਤ ਵਿੱਚ ਪਸ਼ੂ ਫਿਰਦੇ ਦੇਖ ਰਹੇ ਨੇ। ਕੌਣ? ਪਿਤਾ ਕਾਲੂ ਜੀ ਹੈ ਜੀ। ਕਿਸੈ ਨਾ ਵਰਜੈ ਆਨੰਦ ਕੰਦਾ, ਤੇ ਇਹ ਵੀ ਦੇਖ ਰਹੇ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਬੈਠੇ ਆ ਤੇ ਕਿਸੇ ਨੂੰ ਰੋਕਦੇ ਨਹੀਂ ਹੈ। ਅਸਬਿਦ ਦੇਖ ਕ੍ਰੋਧ ਭਾ ਕਾਲੂ, ਇਹ ਸਹਿਜ ਮਨੁੱਖੀ ਸੁਭਾਅ ਹੈ। ਮਨੁੱਖੀ ਸੁਭਾਅ ਹੈ। ਦੇਖ ਕੇ ਪਿਤਾ ਜੀ ਬੜੇ ਕ੍ਰੋਧ ਵਿੱਚ ਆ ਗਏ ਹੈ ਜੀ। ਸਾਡਾ ਵੀ ਇਹੀ ਸੁਭਾਅ ਹੈ। ਸਾਡੀ ਬਿਰਤੀ ਵੀ ਇਸ ਤਰ੍ਹਾਂ ਦੀ, ਬਿਲਕੁਲ ਇਸ ਤਰ੍ਹਾਂ ਦੀ ਹੈਗੀ ਆ। ਬਿਲਕੁਲ ਸੰਸਾਰੀ ਬਿਰਤੀ ਆ ਸਾਰੀ। ਦੇਖਣ ਨੂੰ ਅਸੀਂ ਸੰਸਾਰੀ ਜਾਂ ਘੱਟ ਲੱਗਦੇ ਹਾਂ ਕਿ ਸਾਡਾ ਪਹਿਰਾਵਾ ਜਿਹਾ ਇਸ ਤਰ੍ਹਾਂ ਹੈ ਜੀ। ਤੇ ਬਾਕੀ ਖੇਡ ਸਾਰੀ ਜੇ ਉੱਪਰ ਦੀ ਆ, ਅੰਦਰ ਦਾ ਕੁਝ ਨਹੀਂ ਬਣਿਆ ਹੈ ਜੀ। ਅੰਦਰੋਂ ਬਿਰਤੀ ਇਸੇ ਤਰ੍ਹਾਂ ਦੀ ਆ ਵੀ ਕਦੀ ਨੁਕਸਾਨ ਨਾ ਹੋਏ। ਅੰਦਰੋਂ ਬਿਰਤੀ ਇਸੇ ਤਰ੍ਹਾਂ ਦੀ ਆ ਵੀ 2 ਪੈਸੇ ਵੱਧ ਹੀ ਹੋ ਜਾਣ, ਚਾਹੇ ਜਿਸ ਤਰ੍ਹਾਂ ਮਰਜ਼ੀ ਹੋਣ। ਘੰਟਾ ਜ਼ਿਆਦਾ ਲੱਗਦਾ ਤੇ ਘੰਟਾ ਲਾਓ ਤੇ 2 ਪੈਸੇ ਵੱਧ ਵਧਾਓ। ਇਸ ਤਰ੍ਹਾਂ ਉਜਾੜਨ ਦੀ ਬਿਰਤੀ ਕਿੱਥੇ ਆਉਂਦੀ ਹੈ ਜੀ, ਹੈ ਜੀ। ਲੇਕਿਨ ਜਿਹਨੂੰ ਦਿਸ ਗਿਆ ਵੀ ਇਹ ਉਜੜ ਨਹੀਂ ਰਿਹਾ, ਇਹ ਵਸ ਰਿਹਾ ਹੈ ਜੀ। ਜੇ ਮਿਹਨਤ ਕਰਕੇ ਇੱਕ ਜਗ੍ਹਾ ਬਣਾਈ ਹੈ, ਖੇਤੀ ਥੋੜ੍ਹੀ ਜਿਹੀ ਕੀਤੀ ਹੈ, ਤੇ ਉਹ ਖੇਤ ਨੂੰ ਸਾਰੇ ਪਸ਼ੂ ਪੰਛੀ ਛੱਕ ਗਿਆ ਤੇ ਰੱਬ ਦੇਖ ਨਹੀਂ ਰਿਹਾ ਹੈ ਜੀ। ਇੱਕ ਤਿਲ ਨਹੀਂ ਭੰਨਾ ਘੱਲ ਹੈ, ਰੱਬ ਤੇ ਦੇਖ ਰਿਹਾ ਵੀ ਮੇਰੇ। ਹਾਂਜੀ, ਇੱਕ ਪਿਤਾ ਹੈ, ਉਸ ਪਿਤਾ ਦਾ ਇੱਕ ਪੁੱਤਰ ਭੁੱਖਾ ਜੀ, ਇੱਕ ਪੁੱਤਰ ਰਜਿਆ ਹੋਇਆ ਜੀ ਹੈ ਜੀ। ਜੇ ਰਜਿਆ ਹੋਇਆ ਭੁੱਖੇ ਨੂੰ ਖਿਲਾ ਦਿੰਦਾ ਤੇ ਪਿਤਾ ਨੂੰ ਖੁਸ਼ੀ ਹੁੰਦੀ ਕਿ ਨਹੀਂ ਹੈ ਜੀ। ਤੇ ਇਸ ਪਿਤਾ ਦੀ ਸ੍ਰਿਸ਼ਟੀ ਵਿੱਚ ਸਾਰੇ ਜੀਵ ਜੰਤੂ ਨੇ ਹੈ ਜੀ। ਇਹ ਗੁਰੂ ਨਾਨਕ ਸਾਹਿਬ ਦੀ ਆਪਣੀ ਸ੍ਰਿਸ਼ਟੀ ਹੈ ਸਾਰੀ ਹੈ ਜੀ। ਤੇ ਉਹਨਾਂ ਦੀ ਸ੍ਰਿਸ਼ਟੀ ਦੇ ਕੁਝ ਜੀਵ ਆ ਕੇ ਤੇ ਉੱਤੇ ਖਾ ਗਏ ਹੈ ਜੀ। ਤੇ ਫਿਰ ਇਹ ਤੇ ਮੌਜ ਵਿੱਚ ਨੇ, ਗੁਰੂ ਸਾਹਿਬ ਆਨੰਦ ਵਿੱਚ ਨੇ। ਲੇਕਿਨ ਪਿਤਾ ਜੀ ਕਿਉਂਕਿ ਸੰਸਾਰੀ ਬਿਰਤੀ ਆ, ਇਸ ਕਰਕੇ ਕ੍ਰੋਧ ਵਿੱਚ ਆ ਗਏ। ਅਸਬਿਦ ਦੇਖ ਕ੍ਰੋਧ ਪਾ ਕਾਲੂ, ਮੁਖ ਬੋਲਤ ਦੁਰਬਚਨ ਵਿਸਾਲੂ। ਹੁਣ ਜਿਸ ਤਰ੍ਹਾਂ ਆਮ ਪਿਤਾ ਕਰਦਾ ਹੈ ਜੀ, ਜਿਹਦੇ ਉੱਪਰ ਮਾਇਆ ਪੂਰੀ ਪਈ ਹੋਈ ਆ, ਤੇ ਇਸੇ ਤਰ੍ਹਾਂ ਫਿਰ ਪਿਤਾ ਜੀ ਨੇ ਫਿਰ ਕੌੜੇ ਬਚਨ ਵੀ ਬੋਲੇ ਆ, ਡਾਂਟਿਆ ਗੁਰੂ ਸਾਹਿਬ ਜੀ ਨੂੰ ਹੈ ਜੀ। ਮੰਦ ਭਾਗ ਮੈਂ ਆਪਨ ਨਿਹਾਰਾ। ਹੁਣ ਜਾਣਦੇ ਨਹੀਂ, ਜਿਹੜਾ ਜਾਣਦਾ ਨਾ ਹੋਏ ਨਾ, ਜਿਹਨੂੰ ਪਤਾ ਨਾ ਹੋਏ, ਉਹ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ। ਉਹ ਕਹਿੰਦੇ ਮੰਦ ਭਾਗ ਮੈਂ ਆਪਨ ਨਿਹਾਰਾ, ਕਹਿੰਦੇ ਮੇਰੇ ਤੇ ਭਾਗ ਹੀ ਮਾੜੇ ਨੇ। ਦੇਖੋ ਇੱਕੋ ਇੱਕ ਪੁੱਤਰ ਹੈ ਤੇ ਉਹ ਵੀ ਸਾਰਾ ਕੁਝ ਉਜਾੜਨ ਤੇ ਹੀ ਲੱਗਿਆ ਜੀ। ਤੂੰ ਸੁੱਤ ਜਨਮਿਓ ਸਦਨੀ ਉਜਾੜਾ ਹੈ ਜੀ। ਵੀ ਤੂੰ ਮੇਰੇ ਘਰ ਜੰਮਿਆ, ਕੁਛ ਪਤਾ ਨਹੀਂ ਹੈ ਨਾ, ਤੇ ਬੇਦਬੀ ਕਰੀ ਜਾਂਦੇ ਆ। ਤੂੰ ਸੁੱਤ ਜਨਮਿਓ ਸਦਨੀ ਉਜਾੜਾ, ਵੀ ਸਾਰਾ ਘਰ ਹੀ ਉਜਾੜ ਕੇ ਰੱਖਤਾ। ਆਰ ਬਲਾ ਲਗ ਮੈਂ ਤਵ ਚਾਲੀ, ਅਜੇ ਤੇ ਤੇਰੀ ਉਮਰ ਬੜੀ ਛੋਟੀ ਹੈ। ਬੜੀ ਤਾੜਨਾ ਕਰ ਰਹੇ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ। ਪਿਤਾ ਕਾਲੂ ਜੀ ਕਹਿੰਦੇ ਆ ਵੀ ਅਜੇ ਤੇ ਤੇਰੀ ਉਮਰ ਬੜੀ ਛੋਟੀ ਆ, ਤੇ ਛੋਟੀ ਉਮਰ ਵਿੱਚ ਹੀ ਵਸਤ ਖੋਏ ਕੇ ਆਲੇ ਖਾਲੀ। ਤੇ ਇਹ ਹੁਣ ਤੋਂ ਨਹੀਂ ਹੋ ਰਿਹਾ, ਇਹ ਬੜੀ ਪਹਿਲੇ ਤੋਂ ਹੋ ਰਿਹਾ। ਗੁਰੂ ਸਾਹਿਬ ਜਿਹੜਾ ਹੋਰ ਛੋਟੀ ਬਿਰਤੀ ਦੇ ਸੀ, ਜਦੋਂ ਸਰੀਰਿਕ ਉਮਰ ਜਦੋਂ ਛੋਟੀ ਸੀ ਨਾ, 4-5 ਸਾਲ ਦੇ, ਘਰ ਦੇ ਬਰਤਨ ਜਾਂ ਘਰ ਦੀ ਕੋਈ ਚੀਜ਼ ਹੋਰ ਲੈ ਜਾਂਦੇ ਸੀ ਬਾਹਰ, ਤੇ ਦੇ ਆਉਂਦੇ ਸੀ, ਫਿਰ ਵਾਪਸ ਨਹੀਂ ਲੈ ਕੇ ਆਉਂਦੇ ਸੀ ਹੈ ਜੀ। ਤੇ ਉਹੀ ਪਿਤਾ ਜੀ ਗੱਲ ਕਰ ਰਹੇ ਨੇ ਵੀ ਆਰਬਲਾ ਜਦੋਂ ਛੋਟੀ ਸੀ, ਤੇ ਇਹ ਤੇ ਸ਼ੁਰੂ ਤੋਂ ਹੀ ਚਲਿਆ ਆ ਰਿਹਾ। ਵਸਤ ਖੋਏ ਕੇ ਆਲੇ ਖਾਲੀ, ਵੀ ਘਰ ਕੀ ਲੈ ਕੇ ਆਣਾ, ਕੁਝ ਜੋ ਕੁਝ ਹੈਗਾ ਸੀ ਤੂੰ ਉਹ ਵੀ ਉਜਾੜਿਆ। ਉਚਿਤ ਕਮਾਵਨ ਅਬ ਭੀ ਬੈਸਾ, ਵੀ ਹੁਣ ਤੇ ਵੀ ਉਮਰ ਹੋਈ ਹੈ, ਹੁਣ ਤੇ ਉਮਰ ਹੋਈ ਹੈ ਕਮਾਉਣ ਦੀ ਹੈ ਜੀ। ਉਚਿਤ ਉਮਰ, ਉਚਿਤ ਕਮਾਵਨ ਅਬ ਭੀ ਬੈਸਾ। ਬੈਸ ਉਮਰ ਨੂੰ ਕਹਿੰਦੇ ਨੇ ਵੀ ਤੁਹਾਡੀ ਬੈਸ, ਤੁਹਾਡੀ ਉਮਰ ਹੈ ਕਮਾਉਣ ਦੀ ਹੋਈ ਹੈ, ਲੇਕਿਨ ਕਰਨ ਕੋ ਕਾਜ ਲਗੇ ਪੁਨ ਐਸਾ। ਤੇ ਵੀ ਤੁਸੀਂ ਇਸ ਤਰ੍ਹਾਂ ਇਹ ਪੁੱਠੇ ਕੰਮ ਕਰ ਰਹੇ ਜੇ। ਮੁਝ ਪਸ਼ਚਾਤ ਖਾਏ ਕ੍ਰਿਤ ਕਰ ਕੋ। ਹਾਂ, ਇਸ ਤਰ੍ਹਾਂ ਹੀ ਪਿਤਾ ਕਹਿੰਦੇ, ਜਿਹੜੇ ਬੱਚੇ ਜਿਹੜੇ ਇਸ ਤਰ੍ਹਾਂ ਦਾ ਹੁੰਦਾ ਹੈ ਨਾ ਕੋਈ ਹਿਸਾਬ ਕਿਤਾਬ, ਤੇ ਪਿਤਾ ਇਹੀ ਕਹਿੰਦਾ ਵੀ ਮੇਰੇ ਪਿੱਛੋਂ ਖਾਏਗਾ ਕਿਸ ਤਰ੍ਹਾਂ
है जी। भी मेरे पिछों ही पिता जी कहते आ भी मेरे पिछों तू रोटी किस तरह खाएगा। ये नहीं पता भी जिन्हें सारे संसार को रोटी देनी है उसकी रोटी की चिंता करते पे है जी। ਜਿਹੜਾ ਸਾਰੇ ਸੰਸਾਰ ਨੂੰ ਰੋਟੀ ਦੇ ਰਿਹਾ ਹੁਣ ਵੀ ਸਰੀਰ ਕਰਕੇ ਗੁਰੂ ਸਾਹਿਬ ਸਾਡੇ ਨਾਲ ਨਹੀਂ, ਲੇਕਿਨ ਸ਼ਬਦ ਕਰਕੇ ਬਾਣੀ ਕਰਕੇ ਸਾਡੇ ਨਾਲ ਨੇ ਤੇ ਸਾਡੀ ਸਾਰੀ ਰੋਜੀ ਰੋਟੀ ਦਾ ਇੰਤਜ਼ਾਮ ਗੁਰੂ ਸਾਹਿਬ ਹੀ ਕਰ ਰਹੇ ਨੇ ਹੈ ਜੀ। ਜਿਨ੍ਹਾਂ ਨੇ ਸਾਰੇ ਸੰਸਾਰ ਦੀ ਰੋਜੀ ਰੋਟੀ ਦੇਖਣੀ ਆ ਤੇ ਪਿਤਾ ਜੀ ਕਹਿੰਦੇ ਵੀ ਤੇਰੀ ਰੋਟੀ ਦਾ ਇੰਤਜ਼ਾਮ ਕੌਣ ਕਰੇਗਾ ਹੈ ਜੀ। ਮੁਝ ਪਸ਼ਚਾਤ ਖਾਏ ਕ੍ਰਿਤ ਕਰ ਕੋ ਰਲੇ ਫਕੀਰਨ ਸੋ ਤਜ ਘਰ ਕੋ। ਵੀ ਫਕੀਰਾਂ ਨਾਲ ਰਲਣਾ ਜਾ ਕੇ ਹੈ ਜੀ। ਫਕੀਰ ਬਣਨਾ ਜੇ ਸਭ ਕੁਝ ਜਾਣਨਾ ਹੈ ਤੇ ਘਰ ਨੂੰ ਛੱਡ ਕੇ ਤੇ ਫਕੀਰ ਬਣਨਾ। ਹੇਰ ਹੇਰ ਕਹਿ ਵਾਕ ਕਠੋਰਾ, ਦੇਖੀ ਜਾ ਰਿਹਾ ਤੇ ਗੁੱਸੇ ਦੇ ਵਾਕ ਕਰੀ। ਗੁਰੂ ਸਾਹਿਬ ਆਪ ਸਿਰ ਨੀਵਾਂ ਕਰਕੇ ਸਭ ਕੁਝ ਸੁਣੀ ਜਾ ਰਿਹਾ, ਅੱਗੋਂ ਜਵਾਬ ਨਹੀਂ ਦਿੰਦੇ। ਗੁਰੂ ਸਾਹਿਬ ਆਪਣੇ ਪਿਤਾ ਜੀ ਨੂੰ ਕਦੀ ਜਵਾਬ ਨਹੀਂ ਦਿੰਦੇ ਹੈ ਜੀ। ਹੇਰ ਹੇਰ ਕਹਿ ਵਾਕ ਕਠੋਰਾ। ਹੁਣ ਦੇਖੋ ਗੁਰੂ ਸਾਹਿਬ ਨੇ ਇਹ ਕੰਮ ਕੀਤਾ, ਇਹਦੇ ਨਾਲ ਜਿਤਨਾ ਸਾਰਾ ਮਹਿਲ ਮਾੜੀਆਂ ਅੰਦਰ ਬਣ ਰਹੀਆਂ ਸੀ ਉਹ ਚੁੱਪ ਰੁਕ ਗਈਆਂ ਨਾ, ਹੈ ਨਾ ਜੀ। ਜਿਹੜੇ ਪਿੰਡ ਬਣਾਤੇ ਸੀ ਪਿਤਾ ਜੀ ਨੇ ਆਪਣੇ ਅੰਦਰ, ਉਹ ਠੱਲ ਪੈ ਗਈ ਕਿ ਨਹੀਂ ਸਾਰਿਆਂ ਨੂੰ। ਬਸ ਇਹ ਠੱਲ ਹੀ ਪਾਣੀ ਸੀ ਗੁਰੂ ਸਾਹਿਬ, ਇਹ ਇਸ ਤਰ੍ਹਾਂ ਹੀ ਪੈਣੀ ਸੀ ਹੈ ਜੀ। ਨਹੀਂ ਤੇ ਇਹ ਤੇ ਪਤਾ ਨਹੀਂ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ ਜੀ। ਵਿਰਲਾ ਕੋਈ ਵਿਰਲਾ ਹੀ ਹੈ ਜਿਸ ਦੀ ਤ੍ਰਿਸ਼ਨਾ ਬੁਝੀ ਹੋਏ ਵੀ ਹਾਂ ਵੀ 100 ਰੁਪਇਆ ਮਿਲ ਗਿਆ ਬਸ ਹੁਣ ਮੌਜ ਆ, ਹੋਰ ਨਹੀਂ ਹੈ ਜੀ। ਬੰਦਾ 100 ਮਿਲਣ ਤੇ 10,000 ਤੱਕ 1000 ਤੱਕ ਜਾਂਦਾ, ਫਿਰ ਹੋਰ 1000 ਤੱਕ, ਫਿਰ ਹੋਰ ਲੱਖਾਂ ਤੱਕ। ਇਹ ਦੌੜ ਮੁੱਕਦੀ ਨਹੀਂ ਹੈ ਕਦੀ ਹੈ ਜੀ। ਤ੍ਰਿਸ਼ਨਾ ਦਾ ਕੰਮ ਹੈ ਜੋ ਚੀਜ਼ ਆਪਣੇ ਕੋਲ ਹੈ ਉਸ ਨੂੰ ਨਹੀਂ ਦੇਖਦੀ। ਇਸੇ ਨੂੰ ਗੁਰੂ ਸਾਹਿਬ ਨੇ ਅੱਗ ਕਿਹਾ, ਤ੍ਰਿਸ਼ਨਾ ਨੂੰ ਅੱਗ ਕਿਹਾ। ਤੁਸੀਂ ਅੱਗ ਵਿੱਚ ਜੋ ਮਰਜ਼ੀ ਪਾਈ ਜਾਓ ਜੀ, ਜੋ ਮਰਜ਼ੀ ਪਾ ਦਿਓ ਹੈ ਜੀ। ਇਹ ਅੱਗ ਸਭ ਖਤਮ ਕਰ ਜਜ਼ਬ ਕਰ ਲੇਗੀ ਆਪਣੇ ਵਿੱਚ ਹੀ ਸਾਰਾ ਕੁਝ ਹੈ ਜੀ। ਅਤੇ ਤ੍ਰਿਸ਼ਨਾ ਦੀ ਵੀ ਅੱਗ ਹੈ, ਇਹਦੇ ਵਿੱਚ ਤੁਸੀਂ ਜੋ ਮਰਜ਼ੀ ਲਿਆ ਕੇ ਪਾ ਦਿਓ, ਬਾਜ਼ਾਰੋਂ ਜੋ ਮਰਜ਼ੀ ਲਿਆ ਕੇ ਜਿੰਨਾ ਮਰਜ਼ੀ ਕਮਾ ਕੇ ਜੋ ਮਰਜ਼ੀ ਪਾ ਦਿਓ, ਇਹ ਜਜ਼ਬ ਕਰ ਲੇਗੀ ਆਪਣੇ ਵਿੱਚ, ਖਤਮ ਕਰ ਲੇਗੀ ਅਤੇ ਕਹੇਗੀ ਹੋਰ ਲਿਆਓ, ਹੋਰ ਦਿਓ ਹੈ ਜੀ। ਇਹਨੇ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੱਤਾ, ਇਹਨੇ ਬੰਦੇ ਨੂੰ ਪਸ਼ੂ ਬਣਾ ਕੇ ਰੱਖਤਾ। ਕਿਸ ਨੇ? ਤ੍ਰਿਸ਼ਨਾ ਨੇ। ਬੰਦਾ ਦੌੜੀ ਜਾਂਦਾ, ਪੁੱਛੀਏ ਵੀ ਕਿਉਂ ਦੌੜ ਰਿਹਾ, ਕਹਿੰਦਾ ਇਹ ਸਮਾਨ ਚਾਹੀਦਾ ਇਹਦੇ ਵਾਸਤੇ ਦੌੜ ਰਿਹਾ ਹੈ ਜੀ। ਦੌੜ ਲੱਗੀ ਆ, ਮਾਇਆ ਮਾਰ ਮਾਰ ਕੇ ਦੌੜਾਉਂਦੀ ਹੈ ਸਾਨੂੰ ਹੈ ਜੀ। ਮਾਇਆ ਸਾਨੂੰ ਮਾਰ ਮਾਰ ਕੇ ਦੌੜਾਉਂਦੀ ਹੈ। ਉਹ ਬੰਦਾ ਦੌੜਦਾ, ਨਾ ਖਾਣ ਦੀ ਚਿੰਤਾ ਨਾ ਪੀਣ। ਤੁਸੀਂ ਦੇਖਿਆ ਜੀ ਬੰਦੇ ਦੌੜਦੇ ਮਾਇਆ ਪਿੱਛੇ, ਖਾਣ ਦਾ ਕੋਈ ਟਾਈਮ ਨਹੀਂ ਹੈ, ਪੀਣ ਦਾ ਕੋਈ ਟਾਈਮ ਨਹੀਂ ਹੈ, ਆਰਾਮ ਕਰਨ ਦਾ ਕੋਈ ਟਾਈਮ ਨਹੀਂ। ਪੁੱਛੋਗੀ ਉਹ ਕਹਿੰਦੇ ਮਰਨ ਦਾ ਵੀ ਟਾਈਮ ਨਹੀਂ ਹੈ। ਇਸ ਤਰ੍ਹਾਂ ਬੰਦੇ ਬੋਲਦੇ ਦੇਖੋ ਹੈ। ਉਹਨਾਂ ਨੂੰ ਕੌਣ ਦੱਸੇ ਵੀ ਮਰਨ ਨੇ ਤੇ ਤੇਰੇ ਕੋਲ ਮੌਤ ਨੇ ਤੇ ਟਾਈਮ ਪੁੱਛਣਾ ਹੀ ਨਹੀਂ ਹੈ। ਮਲ ਕਲ ਮੌਤ ਜਾਇਆ ਵਸੀ ਸਭ ਦਰਵਾਜ਼ੇ ਭੰਨ। ਹਾਂਜੀ, ਮੌਤ ਨੇ ਕੋਈ ਟਾਈਮ ਪੁੱਛਣਾ, ਕੋਈ ਥਿਤਵਾਰ ਪੁੱਛਣੀ ਆ। ਹਾਂ, ਲੇਕਿਨ ਬੰਦਾ ਜਿਹੜਾ ਮਾਇਆ ਦਾ ਐਸਾ ਪਰਦਾ ਪਿਆ, ਬੰਦਾ ਕਹਿੰਦਾ ਮੇਰੇ ਕੋਲ ਤਾਂ ਮਰਨ ਦੀ ਫੁਰਸਤ ਹੀ ਨਹੀਂ ਹੈ ਅਤੇ ਉਹ ਜਦੋਂ ਫਿਰ ਫੁਰਸਤ ਦੇ ਦਿੰਦਾ, ਥੋੜ੍ਹੀ ਜਿਹੀ ਨਸ ਘੁਮਾ ਦਿੰਦਾ, ਬੰਦਾ ਕਹਿੰਦਾ ਇਹ ਤਾਂ ਹਿੱਸਾ ਕੰਮ ਹੀ ਨਹੀਂ ਕਰਦਾ ਹੁਣ। ਹਾਂਜੀ, ਇਹ ਸਾਰੀ ਉਹਦੀ ਖੇਡ ਹੈ। ਬਸ ਖੇਡ ਥੋੜ੍ਹੀ ਜਿਹੀ ਸਮਝ ਆ ਗਈ ਅਤੇ ਬੰਦਾ ਸਿੱਧਾ ਹੋ ਜਾਏਗਾ ਹੈ ਜੀ। ਬੰਦਾ ਕਹਿੰਦਾ ਇਹ ਬਿਮਾਰੀ ਲੱਗ ਗਈ, ਕਿਉਂ ਲੱਗ ਗਈ? ਬੰਦਾ ਉਹ ਨਾ ਰੱਬ ਆਪਣੇ 'ਤੇ ਦੋਸ਼ ਨਹੀਂ ਲੈਂਦਾ ਕਦੀ ਵੀ ਕਿਸੇ ਵੀ ਚੀਜ਼ ਦਾ, ਲੇਕਿਨ ਰੱਬ ਨੇ ਤਾਂ ਸਾਡਾ ਭਲਾ ਕਰਨਾ ਹੈ ਜੀ, ਅਤੇ ਫਿਰ ਉਹ ਕਿਸੇ ਤਰ੍ਹਾਂ ਵੀ ਭਲਾ ਕਰਦੇ ਹੈ ਜੀ। ਜਦੋਂ ਬੱਚਾ ਆਰਾਮ ਨਾਲ ਨਾ ਸੁਣੇ ਨਾ ਮੰਨੇ ਅਤੇ ਫਿਰ ਉਹਨੂੰ ਥੱਪੜ ਵੀ ਮਾਰਨਾ ਪੈਂਦਾ, ਉਹਨੂੰ ਡਾਂਟਣਾ ਵੀ ਪੈਂਦਾ। ਅਤੇ ਰੱਬ ਦੇ ਇਹ ਤਰੀਕੇ ਨੇ ਜੀ ਹੈ ਜੀ। ਹੇਰ ਹੇਰ ਕਹਿ ਵਾਕ ਕਠੋਰਾ, ਲੱਖ ਕੁਚਾਲ ਕੋ ਰੋਸ ਨਾ ਥੋਰਾ। ਹਾਂ, ਰੋਸ, ਲੱਖ ਕੁਚਾਲ ਕੋ ਰੋਸ। ਹਾਂ, ਰੋਸ ਕਰ ਰਹੇ ਨੇ, ਗੁੱਸਾ ਕਰ ਰਹੇ ਨੇ, ਅਤੇ ਉਹਨਾਂ ਨੂੰ ਲੱਗ ਰਿਹਾ ਵੀ ਇਹ ਸਭ ਗਲਤ ਕਰ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਜੋ ਕਰ ਰਹੇ ਨੇ, ਹਾਲਾਂਕਿ ਉਹਨਾਂ ਨੇ ਦੇਖਿਆ ਜੇ ਪੰਡਤ ਹਰਦਿਆਲ ਜੀ ਨੇ ਕੀ ਕਿਹਾ, ਇਹ ਦੇਖਿਆ। ਸ਼ਬਦ ਸ਼ਲੋਕੀ ਗੀਤਾ ਜੀ ਦੇ ਅਰਥ ਕੀਤੇ ਆ, ਪਿਤਾ ਜੀ ਨੇ ਸੁਣੇ ਆ। ਪਾਂਦਾ ਜੀ ਨੇ, ਗੋਪਾਲ ਪਾਂਦਾ ਜੀ ਨੇ ਕੀ ਕਿਹਾ, ਪਿਤਾ ਜੀ ਨੇ ਸੁਣਿਆ। ਮੌਲਾਨਾ ਜੀ ਨੇ ਕੀ ਕਿਹਾ, ਪਿਤਾ ਜੀ ਨੇ ਸੁਣਿਆ। ਪਰ ਮਾਇਆ ਦਾ ਪਰਦਾ ਐਸਾ ਹੈ, ਧਨ ਜਿਹਨੂੰ ਨਜ਼ਰ ਆਉਂਦਾ ਉਹਨੂੰ ਹੋਰ ਕੁਝ ਦਿਸਦਾ ਹੀ ਨਹੀਂ ਹੈ
ਕੁਛ ਨਹੀਂ ਦਿਸਦਾ। ਹਾਂਜੀ, ਐਸਾ ਪਰਦਾ ਮਾਇਆ ਅੰਨਾ ਕਰ ਦਿੰਦੀ। ਕਿਹਨੇ ਕਿਹਾ ਨਾ, ਮਾਇਆ ਅੰਨਾ ਕਰ ਦੇ, ਬੋਲਾ ਕਰ ਦਿੰਦੀ ਆ ਮਾਇਆ। ਬੰਦਾ ਸੁਣਦਾ ਹੀ ਨਹੀਂ ਕਿਸੇ ਦੀ। ਕਿੰਨਾ ਸਮਝਾ ਲਓ, ਗੁਰੂ ਸਾਹਿਬ ਕਿੰਨਾ ਸਮਝਾਉਂਦੇ, ਬੰਦਾ ਸੁਣਦਾ ਹੈ ਜੀ। ਕਹਿੰਦੇ ਨੇ ਤੁਝ ਜਨਮੇ ਤੇ ਕੋ ਗੁਣ ਮੋਹੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਰੀ ਸ੍ਰਿਸ਼ਟੀ ਦੇ ਮਾਲਕ ਨੂੰ ਕਹਿ ਰਹੇ ਨੇ ਵੀ ਤੇਰੇ ਜਨਮ ਤੋਂ ਬਾਅਦ ਮੈਨੂੰ ਲਾਭ ਕੀ ਹੋਇਆ ਹੈ। ਜਾਂ ਤੇ ਭਲੋ ਰਹਿਤ ਮੈਂ ਜੋ ਹੀ। ਹੁਣ ਨਹੀਂ ਪਤਾ ਉਹਨਾਂ ਨੂੰ ਕੀ ਬੋਲੀ ਜਾ ਰਹੇ ਨੇ, ਤੇ ਕਹਿੰਦੇ ਵੀ ਇਸ ਤੋਂ ਚੰਗਾ ਸੀ ਵੀ ਮੈਂ ਐਵੇਂ ਹੀ ਰਹਿੰਦਾ ਹੈ। ਇੱਕ ਸਪੂਤ ਬਹੁ ਦਰਬ ਕਮਾਵੈ। ਵੀ ਇੱਕ ਉਹ ਹੁੰਦਾ ਪੁੱਤਰ, ਸਾਰੀ ਖੇਡ ਬਾਹਰ ਦੀ ਆ, ਸਾਰਾ ਬਾਹਰ ਦਾ, ਅੰਦਰ ਦੀ ਕੋਈ ਗੱਲ ਨਹੀਂ ਕਰ ਰਹੇ। ਥੋੜਾ ਜਿਹਾ ਵੀ ਅੰਦਰ ਦਾ ਉਹਨਾਂ ਨੂੰ ਗਿਆਨ ਹੁੰਦਾ ਤੇ ਇਹ ਬਚਨ ਨਹੀਂ ਉਹਨਾਂ ਨੇ ਕਹਿਣੇ ਸੀ ਹੈ ਜੀ। ਤੇ ਲੇਕਿਨ ਸਾਰੀ ਬਾਹਰ ਦੀ ਮਾਇਆ ਦੀ, ਪੂਰੀ ਮਾਇਆ ਦੀ ਖੇਡ ਹੈ ਸਾਰੀ, ਜਿਹੜੀ ਮਾਇਆ ਪਰਦਾ ਪਾ ਕੇ ਬੈਠੀ ਹੈ, ਕੂੜ ਦੀ ਦੀਵਾਰ ਪੂਰੀ ਹੈ। ਤੇ ਉਹ ਕਹਿੰਦੇ ਨੇ ਵੀ ਇੱਕ ਉਹ ਪੁੱਤਰ ਹੁੰਦਾ। ਅਸੀਂ ਪੁੱਤਰ ਨੂੰ, ਸਪੁੱਤਰ ਨੂੰ ਕਿਹਨੂੰ ਕਹਿੰਦੇ ਆ? ਇੱਕ ਪੁੱਤਰ ਹੁੰਦਾ ਨਾ, ਪੁੱਤਰ ਸਪੁੱਤਰ ਅਸੀਂ ਕਿਹਨੂੰ ਕਹਿੰਦੇ ਆ? ਜਿਹੜਾ ਜ਼ਿਆਦਾ ਕਮਾਈ ਕਰਦਾ ਹੈ ਨਾ, ਉਹਨੂੰ ਕਹਿੰਦਾ ਵੀ ਇਹ ਪੁੱਤਰ ਬੜਾ ਲਾਇਕ ਨਿਕਲਿਆ, ਅਸੀਂ ਕਹਿੰਦੇ ਕਿ ਨਹੀਂ ਹੈ ਜੀ। ਤੇ ਜਿਹਦਾ ਪੁੱਤਰ ਭਗਤੀ ਕਰਦਾ, ਨਾਮ ਜਪਦਾ, ਕਦੀ ਕਿਹਾ ਉਹਦਾ ਪੁੱਤਰ ਲਾਇਕ ਬੜਾ? ਕਵਾਂਗੇ ਵੀ ਨਹੀਂ। ਤੂੰ ਦੇਖਣਾ, ਧਨ ਥੋੜਾ ਹੋਏਗਾ, ਕੰਮਕਾਰ ਨਹੀਂ ਹੋਏਗਾ ਜ਼ਿਆਦਾ ਹੈ ਜੀ, ਅਸੀਂ ਕਦੀ ਨਹੀਂ ਕਵਾਂਗੇ ਵੀ ਤੁਹਾਡਾ ਪੁੱਤਰ ਲਾਇਕ ਬੜਾ ਹੈ। ਕਿਉਂ? ਰੱਬ ਦੇ ਰਸਤੇ ਤੇ ਬੜਾ ਤੁਰ ਰਿਹਾ। ਲੇਕਿਨ 2 ਪੈਸੇ ਜਿਹੜਾ ਜ਼ਿਆਦਾ ਕਮਾਉਂਦਾ ਹੋਏਗਾ ਨਾ, ਤੇ ਗੱਲ ਵਿੱਚ ਇਹ ਜ਼ਰੂਰ ਕਵਾਂਗੇ ਤੁਹਾਡਾ ਪੁੱਤਰ ਤੇ ਬੜਾ ਲਾਇਕ ਹੈ ਜੀ। ਸਾਡੀ ਬਿਰਤੀ ਇਸੇ, ਸਾਡੀ ਗੱਲਾਂ ਨਾਲ ਸਾਡੀ ਬਿਰਤੀ ਪਤਾ ਚੱਲ ਜਾਂਦੀ ਹੈ ਕੀ ਹੈ, ਸਾਡੀ ਸੋਚ ਕੀ ਹੈ। ਹਾਂਜੀ, ਇੱਕ ਸਪੂਤ ਕਿਹੜਾ ਬਹੁਤ ਦਰਬ ਕਮਾਵੈ। ਜਿਹੜਾ ਪੈਸਾ ਕਮਾਉਂਦਾ ਉਹ ਪੁੱਤਰ ਨਹੀਂ ਹੈ, ਉਹ ਸਪੁੱਤਰ ਹੈ ਜੀ। ਤੂੰ ਅਸ ਪਾਜੋ ਬਾਦ ਗਵਾਵੈ। ਤੇ ਕਹਿੰਦੇ ਵੀ ਤੁਸੀਂ ਤੇ ਗਵਾਇਆ ਹੀ ਆ, ਤੁਸੀਂ ਤੇ ਗਵਾਇਆ ਹੀ ਹੈ। ਜਾਏ ਨਗਰ ਪੁਨ ਦਿਜਬਰ ਸਦਨਾ। ਫਿਰ ਇਸੇ ਗੁੱਸੇ ਵਿੱਚ ਬੋਲਦੇ ਘਰ ਨਹੀਂ ਗਏ ਪਿਤਾ ਜੀ, ਤੇ ਕਿੱਥੇ ਗਏ ਆ? ਦਿਜਬਰ ਕੋਲ ਗਏ। ਦਿਜਬਰ ਕੀ ਹੁੰਦਾ? ਪੰਡਤ ਜੀ, ਪੰਡਤ ਹਰਦਿਆਲ ਜੀ ਕੋਲ ਗਏ ਆ। ਕਿਉਂ? ਕਿਉਂਕਿ ਉਹਨਾਂ ਨੇ ਪੱਤਰੀ ਬਣਾਈ ਸੀ, ਉਹਨਾਂ ਨੇ ਸਿਫਤਾਂ ਕੀਤੀਆਂ ਸੀ ਕਿ ਇਹ ਤੇ ਕੋਈ ਆਮ ਮਨੁੱਖ ਨਹੀਂ ਨੇ, ਇਹ ਅਵਤਾਰ ਨੇ ਹੈ ਜੀ, ਇਹ ਅਵਤਾਰ ਨੇ, ਇਹ ਆਮ ਮਨੁੱਖ ਤੁਹਾਡੇ ਘਰ ਨਹੀਂ ਆਇਆ ਕੋਈ। ਤੇ ਹੁਣ ਪਿਤਾ ਜੀ ਗੁੱਸੇ ਵਿੱਚ ਪੰਡਤ ਹਰਦਿਆਲ ਜੀ ਕੋਲ ਪੁੱਛਣ ਗਏ ਨੇ ਵੀ ਤੁਸੀਂ ਕੀ ਕਿਹਾ ਸੀ ਤੇ ਮੈਂ ਕੀ ਦੇਖ ਰਿਹਾ। ਤੇ ਗੁਰੂ ਸਾਹਿਬ ਕਿਰਪਾ ਕਰਨ, ਇਹ ਵਿਚਾਰ ਆਪਾਂ ਕੱਲ ਕਰੀਏ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, 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 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ, ਗੁਰਦੇਵ ਦਾਤਾ ਹਰਨਾਮ ਉਪਦੇਸ਼ੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਨ ਸਤਿਗੁਰ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੰਜਨ ਪਰੰਪਰਾ, ਗੁਰਦੇਵ ਕਰਤਾ ਸਪਾ ਪਰਦਾ, ਗੁਰਦੇਵ ਪਤਿਤ ਪਵਿੱਤਕਰਾ, ਗੁਰਦੇਵ ਆਦ ਜੁਗਾ ਜੁਗ ਜੁਗ, ਗੁਰਦੇਵ ਮੰਤ ਹਰ ਜਤ ਜਾ ਪੂਦਰਾ, ਗੁਰਦੇਵ ਸੰਗਤ ਪ੍ਰਮ ਮੇਲ ਕਰ ਕਿਰਪਾ, ਮੂੜ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਕਰ ਨਮਸਕਾਰਾ, ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੂਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦੀ ਵਾਇਓ, ਸਰਬ ਸੁਖ ਕਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ, ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਪਤ ਮਾਤ ਦਿਵ ਸਰਾਧ ਦੋਇ ਦਾਈ ਦਾਇਆ, ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚਾ ਧਰਮਾ ਦੂਰ ਕਰਮੀ, ਆਪੋ ਆਪਣੀ ਕੇ ਨੇੜਾ ਕੇ ਦੂਰ, ਜਿਨੀ ਨਾਮ ਤੇ ਆਇਆ ਗੇਮ ਸ਼ਕਤ ਘਾਲ, ਨਾਨਕ ਤੇ ਮੁਖ ਕੁਝ ਲੈ ਕੀਤੀ ਛੁੱਟੀ ਨਾਲ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਬੋਲਣਾ ਜੀ, ਸ਼੍ਰੀ ਵਾਹਿਗੁਰੂ ਜੀ ਬੋਲਣਾ ਜੀ, ਸ਼੍ਰੀ ਵਾਹਿਗੁਰੂ ਜੀ ਬੋਲਣਾ ਜੀ, ਸ਼੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਸੂਖ ਸੱਚੇ ਪਾਤਸ਼ਾਹ ਜੀ ਮਹਾਰਾਜ, ਕੋਟਾਨ ਕੋਟ ਧੰਨਵਾਦ, ਲੱਖ ਲੱਖ ਸ਼ੁਕਰ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ,
ਧੰਨ श्री गुरु ग्रंथ साहब सच्चे पातशाह जी, धन गुरु गोबिंद सिंह सच्चे पातशाह। शुक्र है वाहिगुरू जी, शुक्र है तुमरी कृपा ते पे साध संग एक काज तुम आप कियो, दृढ़ कर चरण गए प्रभु तुमरे सहजे बिख्या पई कियो। सच्चे पातशाह हम बारे कछु ना जानेगा तुम तेरे मूरख मुख दिया नार, कृपा धार दी जय मत उत्तम कर ली जय मुख सियाना। सच्चे पातशाह जी तरस करके कृपा करके आप जी ने बुलाया, सच्चे पातशाह बिठाया, संगत जोड़ी है। सच्चे पातशाह बाणी पढ़ते हैं, पाठ करते हैं, सिमरन करते हैं, इतिहास की विचार करते हैं। सच्चे पातशाह जो इतिहास चल रहा, सच्चे पातशाह साडे कोल बड़ियां गलतियां हुई। सच्चे पातशाह आप बख्श लो, सानू बख्श लो। पिता जी ने जो बोलिया सच्चे पातशाह सानू बोलना पै रहा, पर आप बख्श लो सच्चे पातशाह। पिछलियां भुलां बख्शो, को सीधे रस्ते पाओ सच्चे पातशाह। जोड़ी रखो, जुड़े रहिए, बाणी पढ़ते रहिए, पाठ सिमरन भजन करते रहिए। सच्चे पातशाह ते अपना जन्म सफला करिए। कृपा करनी जिन्हें आया जिन्हें बैठे हैं सारिਆਂ ਦੇ ਉੱਪਰ कृपा करो, सारिਆਂ ਦੇ ਉੱਪਰ रहमत करो, बल बख्शो, ताकत समर्था बख्शो। रोगी का प्रभ खंडो रोग, दुखिए का मिटाओ प्रभ सोग, निथावे को तुम थान बिठाओ, दास अपने को भगती लाओ। कृपा करो सानू होर बल बख्शो, असीं होर बाणी पढ़ीए, होर समर्था बख्शो, होर कृपा करो सच्चे पातशाह। नितनेम वधे, संगत विच समा वधे। सच्चे पातशाह आप जी कृपा करनी, आप दी ओट है, आप जी दा आसरा। सच्चे पातशाह वो दूजी ना ही ठौर जिस पे हम जावेंगे, होर कोई साडे कोल आसरा नहीं है, होर कोई थां नहीं है सच्चे पातशाह जिथे असीं जाइए ते अपना दुख सुख साझा करिए। सच्चे पातशाह धन गुरु नानक साहब आप दी ओट है, आप जी दा ही आसरा। सच्चे पातशाह जी कृपा करनी, सच्चे पातशाह दुखा कलेशा का नाश करना। सच्चे पातशाह जीओ समर्था बख्शो ते सेवा लो। सच्चे पातशाह भुला चुका की खीमा से पढ़ते सुनते सरबत लाहेवंद होण, नानक नाम चढ़दी कला। वाहिगुरू जी का खालसा, वाहिगुरू जी की फतेह। खालसा वाहिगुरू जी की फतेह। माधो जी मेरे माधो जी, मेरे माधो जी, मेरे माधो जी। सत संगत मिलै सो तरेया, सत संगत मिलै सो तरेया, सो तरेया, सो तरेया। वाहिगुरू जी का खालसा, वाहिगुरू जी की फतेह।